ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਪਲੇਟਫਾਰਮ ਤੋਂ ਚੱਲ ਰਹੀਆਂ ਵੀਕਲੀ ਗੁਰਬਾਣੀ ਕਲਾਸਿਸ ਦੇ ਵਿੱਚ ਅੱਜ ਅਸੀਂ ਬੱਚਿਆਂ ਦੇ ਨਾਲ ਕਲੈਕਸ਼ਨ ਆਫ ਗੁਰਬਾਣੀ ਅਤੇ ਆਰਗੇਨਾਈਜੇਸ਼ਨ ਆਫ ਗੁਰਬਾਣੀ ਦਾ ਜਿਹੜਾ ਸਬਜੈਕਟ ਹੈ ਉਹ ਡਿਸਕਸ ਕੀਤਾ ਸੀ ਅੰਡਰ ਦ ਚੈਪਟਰ ਬੇਸਿਕਸ ਆਫ ਗੁਰਬਾਣੀ, ਜਿਹੜਾ ਕਿ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਬੱਚਿਆਂ ਨਾਲ ਡਿਸਕਸ ਕਰ ਰਹੇ ਹਾਂ। ਅੱਜ ਦੇ ਸੈਸ਼ਨ ਦੀ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਗਰੁੱਪ ਐਕਟੀਵਿਟੀ ਕੀਤੀ, ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਇੱਕ ਸਿਨੈਰੀਓ ਦਿੱਤਾ ਸੀਗਾ, ਜਿਹਦੇ ਵਿੱਚ ਆਪਾਂ ਪਿਛਲੇ ਸੈਸ਼ਨਸ ਤੋਂ ਕਨੈਕਟੀਵਿਟੀ ਕਰਦੇ ਹੋਏ ਅਸੀਂ ਸਿੱਖਣ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਟਰੈਵਲ ਕਰਨਾ ਪਿਆ ਭਗਤ ਸਾਹਿਬਾਨ ਨੂੰ ਮਿਲਣ ਵਾਸਤੇ, ਉਹ ਗੁਰਬਾਣੀ ਜਿਹੜੀ ਇਕੱਠੀ ਕਰਨ ਵਾਸਤੇ, ਜਿਹੜੀ ਭਗਤਾਂ ਦੀ ਬਾਣੀ ਸੀ ਉਹਨੂੰ ਲੈ ਕੇ ਆਉਣ ਵਾਸਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਏਗਾ। ਅਸੀਂ ਉਹਨੂੰ ਅੱਜ ਐਪਰੀਸ਼ੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹਨਾਂ ਚੈਲੰਜਸ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੂੰ ਲੰਘਣਾ ਪਿਆ। ਉਸ ਸਾਰੀ ਬਾਣੀ ਨੂੰ ਇਕੱਠਾ ਕਰਕੇ ਅੱਜ ਸਾਡੇ ਵਾਸਤੇ ਕੰਪੋਜ਼ ਕਰਕੇ ਰੱਖਣਾ, ਸਾਨੂੰ ਦੇਣਾ, ਸਾਡੇ ਵਾਸਤੇ ਪ੍ਰਪੇਅਰ ਕਰਨਾ, ਤਾਂ ਕਿ ਅਸੀਂ ਅੱਜ ਉਸ ਮਨੋਰਥ ਨੂੰ, ਜੀਵਨ ਦੇ ਮਨੋਰਥ ਨੂੰ ਪੂਰਾ ਕਰ ਸਕੀਏ ਔਰ ਆਪਣੀ ਲਾਈਫ ਨੂੰ ਸੁਖਾਲੇ ਤਰੀਕੇ ਨਾਲ ਜੀ ਸਕੀਏ। ਇਸ ਐਕਟੀਵਿਟੀ ਦੇ ਵਿੱਚ ਸਾਨੂੰ ਜੋ ਅੱਜ ਡਿਸਕਸ਼ਨ ਦਾ ਹਿੱਸਾ ਸੀਗਾ ਉਹਦੇ ਵਿੱਚ ਸੀਗਾ ਕਿ ਵੀ ਸਾਡੇ ਕੋਲ ਹੁਣ ਸਾਰੇ ਡਾਕੂਮੈਂਟ, ਸਾਰੀ ਰਿਸਰਚ, ਸਾਰੇ ਭਗਤਾਂ ਤੋਂ ਬਾਣੀ ਆ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਜਦੋਂ ਸਾਰੀ ਬਾਣੀ ਲੈ ਲਈ ਤਾਂ ਉਹ ਕਿਹੜੇ ਚੈਲੰਜਸ ਚੋਂ ਗੋ ਥਰੂ ਹੋਏ ਹੋਣਗੇ ਉਸ ਬਾਣੀ ਨੂੰ ਇਕੱਠਾ ਕਰਕੇ ਲੈ ਕੇ ਆਉਣ ਦੇ ਲਈ। ਅਸੀਂ ਉਹਨੂੰ ਸਮਝਣ ਦੇ ਲਈ ਇੱਕ ਐਕਟੀਵਿਟੀ ਪ੍ਰਪੇਅਰ ਕੀਤੀ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਵੀ ਸਾਡੇ ਕੋਲ ਹੁਣ ਕਾਰ ਹੈਗੀ ਹੈ, ਅਸੀਂ ਬਾਣੀ ਉਹ ਸਾਰੀ ਜਿਹੜੀ ਹੈ ਰਿਸਰਚ ਹੈ ਉਹ ਇਕੱਠੀ ਕਰ ਲਈ ਹੈ। ਅਸੀਂ ਉਸ ਬਾਣੀ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਜਾਣਾ ਹੈ, ਜਿਹੜਾ ਕਿ ਹਜ਼ਾਰਾਂ ਕਿਲੋਮੀਟਰ ਦੂਰ ਹੈ। ਤਾਂ ਹੁਣ ਇਹ ਸਾਰੇ ਮਟੀਰੀਅਲ ਨੂੰ, ਸਾਰੇ ਕੰਟੈਕਸਟ ਨੂੰ ਲੈ ਕੇ ਜਾਣ ਦੇ ਲਈ ਕੋਈ ਕੋਰੀਅਰ ਨਹੀਂ ਹੈ। ਕਿਸ ਤਰ੍ਹਾਂ, ਮੈਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਵੈਦਰ ਰਸਤੇ 'ਚ ਕਿਵੇਂ ਦਾ ਹੋਏਗਾ, ਗਰਮੀ ਹੋਏਗੀ, ਸਰਦੀ ਹੋਏਗੀ, ਬਾਰਿਸ਼ ਪਏਗੀ, ਮੈਨੂੰ ਰਸਤੇ 'ਚ ਕਿਤੇ ਨਾ ਕਿਤੇ ਰੁਕਣਾ ਵੀ ਪਏਗਾ, ਕਿੱਥੇ ਰੁਕਾਂਗੇ, ਕਿਵੇਂ ਇਹ ਸਾਰੇ ਜੋ ਹੁਣ ਇਹਨੇ ਖਜ਼ਾਨੇ ਨੂੰ ਇਕੱਠਾ ਕੀਤਾ ਇਹਨੂੰ ਕਿਵੇਂ ਸੰਭਾਲ ਕੇ ਰੱਖਾਂਗੇ ਕਿ ਇਹ ਖਰਾਬ ਨਾ ਹੋਵੇ, ਤਾਂ ਕਿ ਜਿਸ ਪਰਪਸ ਵਾਸਤੇ ਇਹਨੂੰ ਕਲੈਕਟ ਕੀਤਾ ਗਿਆ ਉਸ ਪਰਪਸ ਦੇ ਲਈ ਇਹਨੂੰ ਯੂਜ਼ ਕੀਤਾ ਜਾ ਸਕੇ। ਸੋ ਅਸੀਂ ਬੱਚਿਆਂ ਨਾਲ ਕੁਝ ਕੁਐਸਚਨਸ ਇਹਦੇ ਵਿੱਚ ਸ਼ੇਅਰ ਕੀਤੇ ਕਿ ਵੀ ਉਹ ਕਿਵੇਂ ਇਸ ਜਰਨੀ ਨੂੰ ਪਲਾਨ ਕਰਨਗੇ ਤਾਂ ਕਿ ਇਹ ਮਟੀਰੀਅਲ ਨੂੰ ਠੀਕ ਤਰ੍ਹਾਂ ਸਕਸੈਸਫੁਲੀ ਆਪਣੇ ਡੈਸਟੀਨੇਸ਼ਨ ਤੱਕ ਪਹੁੰਚਾਇਆ ਜਾ ਸਕੇ। ਤਾਂ ਬੱਚਿਆਂ ਨੇ ਗੱਲਾਂ ਕੀਤੀਆਂ ਕਿ ਜੇ ਉਹ ਕਾਰ ਛੋਟੀ ਹੈ ਤਾਂ ਕਾਰ ਵੱਡੀ ਲੈ ਲਓ, ਟ੍ਰੇਲਰ ਹਾਇਰ ਕਰ ਲਓ, ਕੈਰਾਵਨ ਹਾਇਰ ਕਰ ਲਓ। ਉਹਨਾਂ ਨੇ ਕਿਹਾ ਕਿ ਉਹ ਛੱਤ ਦੇ ਉੱਤੇ ਤੁਸੀਂ ਜਿਹੜੀਆਂ ਨੇ ਐਕਸਟੈਂਡਡ ਸਪੇਸ ਲਗਾ ਲਓ। ਬੱਚਿਆਂ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ ਕਿ ਵੀ ਅਸੀਂ ਇਹਨੂੰ ਡਿਜੀਟਾਈਜ਼ ਕਰ ਦਾਂਗੇ, ਆਪਣੇ ਫੋਨ ਤੋਂ ਫੋਟੋਆਂ ਖਿੱਚ ਲਾਂਗੇ, ਸਕੈਨ ਕਰ ਲਾਂਗੇ, ਤਾਂ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਤਰਾ ਹੈ ਕਿ ਖਰਾਬ ਹੋ ਸਕਦੀਆਂ ਨੇ ਜਾਂ ਫ੍ਰੈਜਾਈਲ ਨੇ, ਅਸੀਂ ਉਹਨਾਂ ਨੂੰ ਕੈਰੀ ਨਹੀਂ ਕਰਾਂਗੇ। ਸੋ ਕਾਫੀ ਸਾਰੇ ਐਗਜ਼ਾਮਪਲਸ ਸੀਗੇ ਜਿਹੜੇ ਕਿ ਬੱਚਿਆਂ ਨੇ ਡਿਸਕਸ ਕੀਤੇ, ਤੇ ਉਹਦੇ ਵਿੱਚ ਫਿਰ ਅਸੀਂ ਬੱਚਿਆਂ ਨੂੰ ਇੱਕ ਸਟੈਪ ਪਿੱਛੇ ਲਿਜਾ ਕੇ ਗੁਰੂ ਨਾਨਕ ਦੇਵ ਜੀ ਦੇ ਸ਼ੂਜ਼ ਦੇ ਵਿੱਚ ਪੈਰ ਰੱਖ ਕੇ ਸਮਝਣ ਦੀ ਕੋਸ਼ਿਸ਼ ਕਰਵਾਈ ਕਿ ਵੀ ਜਦੋਂ ਗੁਰਸਾਹਿਬ ਉਸ ਟਰੈਵਲ ਦੇ ਵਿੱਚ ਨੇ ਤੇ ਉਹਨਾਂ ਨੇ ਕਿਹੜੇ ਚੈਲੰਜਸ ਫੇਸ ਕੀਤੇ ਹੋਣਗੇ, ਇਹ ਅਸੀਂ ਨਹੀਂ ਜਾਣਦੇ, ਪਰ ਐਟਲੀਸਟ ਅਸੀਂ ਅੱਜ ਉਹਨੂੰ ਐਪਰੀਸ਼ੀਏਟ ਤਾਂ ਕਰ ਸਕਦੇ ਹਾਂ ਕਿ ਵੀ ਉਹਨਾਂ ਨੇ ਇੰਨੇ ਔਖੇ ਸਮੇਂ ਦੇ ਵਿੱਚ ਹੋ ਕੇ, ਇੰਨਾ ਟਰੈਵਲ ਕਰਕੇ, ਇੰਨੀ ਨੈਗੋਸ਼ੀਏਸ਼ਨਾਂ ਕਰਕੇ ਸਾਰੀ ਬਾਣੀ ਨੂੰ ਕੰਪਾਈਲ ਕੀਤਾ, ਇਕੱਠਾ ਕੀਤਾ ਤੇ ਲੈ ਕੇ ਆਂਦਾ, ਤਾਂ ਕਿ ਅਸੀਂ ਉਹਨੂੰ ਅੱਜ ਸੁਚੱਜੇ ਢੰਗ ਨਾਲ ਵਰਤ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਸੋ ਹੁਣ ਅਸੀਂ ਇਹ ਗੱਲ ਤਾਂ ਅਸੀਂ ਨਹੀਂ ਸਮਝਦੇ ਕਿ ਇਹ ਕਲੈਕਸ਼ਨ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਕੀਤੀ ਹੋਏਗੀ। ਕੋਈ ਬਹੁਤ ਜ਼ਿਆਦਾ ਇਨਫੋਰਮੇਸ਼ਨ ਵੀ ਇਹਦੇ ਬਾਰੇ ਅਵੇਲੇਬਲ ਨਹੀਂ ਹੈ ਕਿ ਉਹਨਾਂ ਨੇ ਸਾਰੀ ਉਹ ਭਗਤ ਸਾਹਿਬਾਨ ਦੀ ਬਾਣੀ ਜਿਹੜੀ ਇਕੱਠੀ ਕੀਤੀ ਉਹਨੂੰ ਵਾਪਸ ਲਿਆਉਣ ਦੇ ਲਈ ਕਿ ਉਹਨਾਂ ਕੋਟ ਹੈਗੀ ਸੀ ਜਾਂ ਨਹੀਂ ਹੈਗੀ ਸੀ। ਸਾਨੂੰ ਇਸ ਗੱਲ ਦੇ ਬਾਰੇ ਅੱਜ ਕੋਈ ਜਾਣਕਾਰੀ ਨਹੀਂ ਹੈਗੀ ਹੈ, ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਵੀ ਇਹ ਸਾਰੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਜਿਵੇਂ ਬਹੁਤ ਸਾਰੇ ਐਕਸਟ੍ਰੀਮ ਵੈਦਰ ਨੂੰ ਫੇਸ ਕੀਤਾ ਹੋਏਗਾ, ਬਹੁਤ ਸਾਰੀਆਂ ਡਿਫਰੈਂਟ ਸਿਨੈਰੀਓ ਸਿਚੁਏਸ਼ਨਸ 'ਚ ਗੋ ਥਰੂ ਹੋਏ ਹੋਣਗੇ, ਬਟ ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਜਿਹੜੀ ਇਹ ਕੰਟੈਂਟ, ਜਿਹੜਾ ਸਾਰਾ ਭਗਤ ਸਾਹਿਬਾਨ ਦੀ ਬਾਣੀ ਹੈ ਜਿਹੜੀ ਉਹਨਾਂ ਨੇ ਇਕੱਠੀ ਕੀਤੀ ਹੈ, ਇਹਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਾਂਭ ਕੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚਾਇਆ ਜਾ ਸਕੇ, ਤਾਂ ਕਿ ਇਹਦਾ ਜੋ ਮਕਸਦ ਸੀ ਇਹਨੂੰ ਸਾਰਾ ਇਕੱਠਾ ਕਰਨ ਦਾ ਉਹ ਅਚੀਵ ਕੀਤਾ ਜਾ ਸਕੇ। ਸੋ ਅਸੀਂ ਇਹ ਵੀ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਦਾ ਬਹੁਤ ਧਿਆਨ ਰੱਖਿਆ ਹੋਏਗਾ, ਬੜੀ ਕੇਅਰ ਕੀਤੀ ਹੋਏਗੀ
ਤਾਂ ਹੀ ਅਸੀਂ ਅੱਜ ਇਸ ਬਾਣੀ ਨੂੰ ਪੜ੍ਹ ਪਾ ਰਹੇ ਹਾਂ, ਸਮਝ ਪਾ ਰਹੇ ਹਾਂ, ਤਾਂ ਹੀ ਅਸੀਂ ਇਹਦੇ ਤੋਂ ਬੈਨੀਫਿਟ ਲੈ ਪਾ ਰਹੇ ਹਾਂ। ਅਸੀਂ ਇਸ ਗੁਰੂ ਨਾਨਕ ਸਾਹਿਬ ਦੇ ਐਡੇ ਵੱਡੇ ਉਪਰਾਲੇ ਨੂੰ ਕਿ ਅਸੀਂ ਇਹਦੀ ਲੋੜੀਂਦਾ ਰਿਸਪੈਕਟ ਦੇ ਪਾ ਰਹੇ ਹਾਂ ਜਾਂ ਨਹੀਂ ਦੇ ਪਾ ਰਹੇ, ਇਹ ਸਵਾਲ ਅੱਜ ਸਾਡੇ ਸਾਰਿਆਂ ਵਾਸਤੇ ਹੈ। ਸਾਨੂੰ ਆਪਣੇ ਆਪ ਨੂੰ ਇਹ ਕੁਐਸਚਨ ਪੁੱਛਣਾ ਚਾਹੀਦਾ ਹੈ ਕਿ ਵੀ ਇੰਨਾ ਵੱਡਾ ਉਪਰਾਲਾ ਜੋ ਗੁਰੂ ਨਾਨਕ ਦੇਵ ਜੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ, ਹਿਊਮਨ ਜਨਰੇਸ਼ਨਸ ਦੇ ਲਈ ਕੀਤਾ, ਕਿ ਅਸੀਂ ਅੱਜ ਗੁਰਬਾਣੀ ਨੂੰ ਉਸ ਪ੍ਰਕਾਰ ਪੜ੍ਹ ਕੇ ਸਮਝ ਕੇ ਗੁਰਬਾਣੀ ਤੋਂ ਉਸ ਤਰ੍ਹਾਂ ਸੇਧ ਲੈ ਪਾ ਰਹੇ ਹਾਂ ਜਿਸ ਪਰਪਸ ਵਾਸਤੇ, ਜਿਸ ਮਕਸਦ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਿਸ ਵਿਜ਼ਨ ਨੂੰ ਮੁੱਖ ਤੇ ਰੱਖਦਿਆਂ ਹੋਇਆਂ ਇਹ ਸਾਰੀ ਗੁਰਬਾਣੀ ਨੂੰ ਇਕੱਠਾ ਕਰਕੇ ਸਾਡੇ ਵਾਸਤੇ ਜਿਹੜਾ ਉਹ ਪ੍ਰਪੇਅਰ ਕਰਕੇ ਸਾਨੂੰ ਦਿੱਤਾ। ਇਹ ਜਦੋਂ ਸਾਰੀ ਬਾਣੀ ਇਕੱਠੀ ਹੋ ਗਈ, ਫਿਰ ਉਸ ਤੋਂ ਬਾਅਦ ਅਗਲਾ ਸਟੈਪ ਸੀਗਾ, ਹੁਣ ਕਲੈਕਸ਼ਨ ਤਾਂ ਹੋ ਗਈ, ਹੁਣ ਇਹਨੂੰ ਆਰਗੇਨਾਈਜ਼ ਵੀ ਕਰਨਾ ਹੈ। ਇਹਨੂੰ ਆਰਗੇਨਾਈਜ਼ ਕਿਸ ਤਰ੍ਹਾਂ ਕੀਤਾ ਜਾਏਗਾ? ਅਸੀਂ ਇੱਕ ਐਗਜ਼ਾਮਪਲ ਵੀ ਬੱਚਿਆਂ ਨਾਲ ਸ਼ੇਅਰ ਕੀਤਾ ਸੀ ਕਿ ਜਦੋਂ ਕਿਸੇ ਸਬਜੈਕਟ ਨੂੰ ਅਸੀਂ ਪੜ੍ਹਨਾ ਹੁੰਦਾ ਹੈ ਤਾਂ ਉਸ ਸਬਜੈਕਟ ਦੀ ਪਹਿਲਾਂ ਬੇਸਿਕ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਉਹਦੇ ਬਾਰੇ ਸਮਝਾਇਆ ਜਾਂਦਾ ਹੈ, ਫਿਰ ਉਹਦੀ ਫਰਦਰ ਡਿਟੇਲ ਦਿੱਤੀ ਜਾਂਦੀ ਹੈ। ਜਿਵੇਂ ਕਿ ਕੋਈ ਖੇਡ ਦਾ ਐਗਜ਼ਾਮਪਲ ਲਿਆ ਸੀ ਅਸੀਂ ਕਿ ਇੱਕ ਟੈਨਿਸ ਖੇਡਣ ਜਾਓ, ਪਹਿਲੇ ਦਿਨ ਸਾਨੂੰ ਰੈਕਟ ਫੜਨਾ ਸਿਖਾਇਆ ਜਾਂਦਾ ਹੈ, ਬਾਲ ਕਿੱਦਾਂ ਮਾਰਨੀ ਆ ਸਿਖਾਇਆ ਜਾਂਦਾ ਹੈ, ਫਿਰ ਹੌਲੀ ਹੌਲੀ ਹੈਂਡ ਆਈ ਕੋਆਰਡੀਨੇਸ਼ਨਸ, ਸਰਵਿਸ ਕਿਵੇਂ ਕਰਨੀ ਹੈ, ਬਾਲ ਨੂੰ ਦੂਜੇ ਕੋਰਟ ਵਿੱਚ ਕਿਵੇਂ ਪਹੁੰਚਾਉਣਾ ਹੈ, ਸਾਨੂੰ ਸੁਚੱਜੇ ਢੰਗ ਨਾਲ ਗੇਮ ਕਿਵੇਂ ਖੇਡਣੀ ਹੈ, ਸਟੈਪ ਬਾਏ ਸਟੈਪ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਏਦਾਂ ਹੀ ਸਾਡੇ ਜੀਵਨ ਦਾ ਜਿਹੜਾ ਖੇਡ ਹੈ, ਇਹਨੂੰ ਗੁਰਬਾਣੀ ਨੇ ਖੇਡ ਮੰਨਿਆ ਸਾਡੇ ਜੀਵਨ ਨੂੰ। ਇਹ ਸਾਰੀ ਇਨਫੋਰਮੇਸ਼ਨ ਸਾਡੇ ਜੀਵਨ ਦੀ ਖੇਡ ਨੂੰ ਕਿਵੇਂ ਸੁਚੱਜੇ ਢੰਗ ਨਾਲ ਖੇਡੀ ਜਾ ਸਕਦੀ ਹੈ, ਇਹਨੂੰ ਕਿਵੇਂ ਆਪਣੇ ਮਨੋਰਥ ਵੱਲ ਤੋਰਿਆ ਜਾ ਸਕਦਾ ਹੈ, ਉਸ ਵਿਜ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਇਹਨੂੰ ਸਾਰੀ ਬਾਣੀ ਜੋ ਭਗਤ ਸਾਹਿਬਾਨ ਦੀ ਔਰ ਗੁਰੂ ਸਾਹਿਬਾਨ ਦੀ, ਉਹਨੂੰ ਸਾਰੀ ਨੂੰ ਇੱਕ ਪਰੋ ਕੇ ਉਹਨੂੰ ਆਰਗੇਨਾਈਜ਼ ਕਰਕੇ ਤਿਆਰ ਕਰਕੇ ਸਾਡੇ ਵਾਸਤੇ ਰੱਖਣਾ, ਹੁਣ ਇਹ ਵੀ ਆਪਣੇ ਆਪ ਦੇ ਵਿੱਚ ਚੈਲੰਜ ਸੀਗਾ। ਹੁਣ ਇਸ ਬਾਣੀ ਨੂੰ ਜਿਵੇਂ ਕਿ ਅਸੀਂ ਬਾਕੀ ਅੱਜ ਦੁਨਿਆਵੀ ਕਿਤਾਬਾਂ ਪੜ੍ਹਦੇ ਹਾਂ, ਉਹਨਾਂ 'ਚ ਵੱਖਰੇ ਵੱਖਰੇ ਚੈਪਟਰਸ ਹੁੰਦੇ ਨੇ, ਇਸੇ ਪ੍ਰਕਾਰ ਗੁਰਬਾਣੀ ਨੂੰ ਬਹੁਤ ਹੀ ਪ੍ਰਕਾਰ ਦੇ ਰਾਗਾਂ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ। ਹੁਣ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਰਾਗ ਕੀ ਹੁੰਦੇ ਨੇ ਤੇ ਰਾਗ ਦੇ ਵਿੱਚ ਬਾਣੀ ਨੂੰ ਕਿਉਂ ਲਿਖਿਆ ਗਿਆ, ਕਿਉਂਕਿ ਇੱਕ ਤਾਂ ਇੱਕ ਮਿਊਜ਼ੀਕਲ ਕੰਪੋਜੀਸ਼ਨ ਸੀਗੀ, ਇਹਦੇ ਮਿਊਜ਼ਿਕ ਨੋਟਸ ਦੇ ਵਿੱਚ ਕਿਸੇ ਵੀ ਗੱਲ ਨੂੰ ਜਦੋਂ ਅਸੀਂ ਪ੍ਰੈਜ਼ੈਂਟ ਕਰਦੇ ਹਾਂ ਤਾਂ ਉਹ ਜਿਹੜੀ ਹੈ ਉਹਦੇ ਵੱਲ ਹਿਊਮਨ ਮਾਈਂਡ ਜਲਦੀ ਅਟਰੈਕਟ ਹੁੰਦਾ ਤੇ ਉਹਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਸੋ ਜਿਹੜੀ ਚੀਜ਼ ਨੂੰ, ਕਿਉਂਕਿ ਗੁਰਬਾਣੀ ਦਾ ਮੇਨ ਪਰਪਸ ਇਹ ਸੀ ਕਿ ਕਿਸੇ ਵੀ ਤਰੀਕੇ ਨਾਲ ਉਹਨੂੰ ਸਰਲ ਕਰਕੇ, ਸਿੰਪਲੀਫਾਈ ਕਰਕੇ ਸਾਡੇ ਤੱਕ ਪਹੁੰਚਾਇਆ ਜਾਣਾ ਤਾਂ ਕਿ ਅਸੀਂ ਉਹਦਾ ਪੂਰਾ ਫਾਇਦਾ ਉਠਾ ਸਕੀਏ। ਸੋ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਲਿਖਿਆ ਗਿਆ, ਉਹਨੂੰ ਆਰਗੇਨਾਈਜ਼ ਕੀਤਾ ਗਿਆ ਕਿ ਮੇਰੀ ਕਰੰਟ ਸਟੇਟ ਕੀ ਹੈ ਤੇ ਮੈਂ ਗੁਰਬਾਣੀ ਨੂੰ ਦੇ ਕਿਹੜੇ ਰਾਗ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਸਕਦਾ ਤੇ ਕਿਵੇਂ ਉਹ ਮੈਚਿਓਰਿਟੀ ਲੈਵਲ ਸਾਰੇ ਜਿਹੜੇ ਵੱਖਰੇ ਵੱਖਰੇ ਰਾਗਾਂ ਦੇ ਵਿੱਚ ਡਿਫਾਈਨ ਕੀਤੇ ਗਏ ਉਹਨਾਂ ਨੂੰ ਮੈਂ ਅਚੀਵ ਕਰ ਸਕਦਾ। ਇੱਕ ਇੰਪੋਰਟੈਂਟ ਪੁਆਇੰਟ ਸੀਗਾ ਕਿ ਰਾਗ ਜਿਹੜਾ ਹੈ ਉਹਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਇੱਕ ਥੀਮ ਹੈ ਜਿਹੜਾ ਕਿ ਇੱਕ ਸਪੈਸੀਫਿਕ ਰਾਗ ਦੇ ਵਿੱਚ ਕਵਰ ਕੀਤਾ ਗਿਆ, ਜਾਂ ਇੱਕ ਹੋਰ ਵੀ ਗੱਲ ਹੈ ਸਾਡੀ ਮੈਂਟਲ ਸਟੇਟ ਵੀ ਹੈ। ਜਿੱਥੇ ਮੈਂ ਅੱਜ ਖੜਾ, ਜਿਸ ਵੀ ਮੈਂਟਲ ਸਟੇਟ ਦੇ ਵਿੱਚ ਮੈਂ ਅੱਜ ਆਪਣਾ ਜੀਵਨ ਜੀ ਰਿਹਾ, ਉਹ ਪਹਿਲਾਂ ਰਾਗ ਦੇ ਵਿੱਚ ਦਿਖਾਇਆ, ਸਮਝਾਇਆ ਗਿਆ, ਫਿਰ ਉਹਦੇ ਬਾਰੇ ਫਰਦਰ ਗਿਆਨ ਦਿੱਤਾ ਗਿਆ ਕਿ ਇਹਨੂੰ ਜੇ ਮੈਂ ਅਗਲੇ ਸਟੇਜ ਤੇ ਨੈਕਸਟ ਸਟੇਟ ਤੇ ਲੈ ਕੇ ਜਾਣਾ ਤਾਂ ਮੈਨੂੰ ਕੀ ਐਕਸ਼ਨ ਕਰਨੇ ਪੈਣਗੇ, ਕਿਸ ਤਰ੍ਹਾਂ ਮੈਂ ਉਹਨਾਂ ਰਾਗਾਂ ਦੇ ਵਿੱਚੋਂ ਦੀ ਇਹਨੂੰ ਗਿਆਨ ਲੈ ਕੇ ਕਿੱਦਾਂ ਸਟੈਪ ਬਾਏ ਸਟੈਪ, ਚੈਪਟਰ ਬਾਏ ਚੈਪਟਰ ਮੈਂ ਆਪਣੇ ਜੀਵਨ ਨੂੰ ਅੱਗੇ ਵਧਾ ਸਕਾਂ। ਸੋ ਟੋਟਲ ਨੰਬਰ ਆਫ ਜਿਹੜੇ ਰਾਗ ਸਾਨੂੰ ਗੁਰਬਾਣੀ ਵਿੱਚ ਦੇਖਣ ਨੂੰ ਮਿਲਦੇ ਨੇ ਜੀ, ਉਹ ਹੈ 31। ਤੇ ਇਹ ਵੀ ਅਸੀਂ ਜਿਹੜਾ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੇ ਹਾਂ ਕਿ ਵੀ ਸਾਰੇ ਹੀ ਜਿੰਨੇ ਵੀ 35 ਜਿਹੜੇ ਸਾਡੇ ਕੋਲ ਐਨਲਾਈਟਨਡ ਜਿਹੜੇ ਭਗਤ ਸਾਹਿਬਾਨ, ਗੁਰੂ ਸਾਹਿਬਾਨ, ਸਾਰੇ ਭੱਟ ਸਾਹਿਬਾਨ, ਜਾਂ ਸਾਰੇ ਗੁਰਸਿੱਖ ਜਿਨ੍ਹਾਂ ਨੇ ਵੀ ਬਾਣੀ ਲਿਖੀ ਹੈ, ਸਾਰਿਆਂ ਨੇ ਹਰੇਕ ਰਾਗ ਦੇ ਵਿੱਚ ਬਾਣੀ ਨਹੀਂ ਲਿਖੀ। ਸੋ ਸਾਰਿਆਂ ਦੀ ਬਾਣੀ ਸਾਰੇ ਰਾਗਾਂ ਵਿੱਚ ਨਹੀਂ ਐਗਜ਼ਿਸਟ ਕਰਦੀ ਹੈ। ਇਸ ਸਲਾਈਡ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਰਾਗ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਕਿਹੜੇ ਪੇਜ ਦੇ ਉੱਤੇ, ਕਿਸ ਪੇਜ ਤੋਂ ਸ਼ੁਰੂ ਹੋ ਕੇ ਕਿਸ ਪੇਜ ਤੱਕ ਜਾਂ ਅੰਗ ਤੱਕ ਜਾਂ ਅੰਕ ਤੱਕ ਉਹ ਰਾਗ ਦੀ, ਜੋ ਉਸ ਰਾਗ ਦੇ ਵਿੱਚ ਬਾਣੀ ਜਿਹੜੀ ਹੈ ਉਹ ਲਿਖੀ ਗਈ ਹੈ।
ਇਹਦੀ ਸਟੈਪ ਬਾਏ ਸਟੈਪ ਇਨਫੋਰਮੇਸ਼ਨ ਅਸੀਂ ਜਿਹੜੀ ਹੈ ਇੱਥੇ ਬੱਚਿਆਂ ਨਾਲ ਸ਼ੇਅਰ ਕੀਤੀ। ਇਹਨੂੰ ਫਰਦਰ ਆਉਣ ਵਾਲੇ ਸੈਸ਼ਨਸ ਦੇ ਵਿੱਚ ਹੋਰ ਵੀ ਅੱਗੇ ਡਿਟੇਲ ਦੇ ਵਿੱਚ ਅਸੀਂ ਜਿਹੜਾ ਡਿਸਕਸ ਕਰਾਂਗੇ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਸਿਰਫ ਇਹਦੇ ਬਾਰੇ ਬਰੀਫ ਗੱਲ ਜਾਣਨੀ ਚਾਹੁੰਦੇ ਸੀ ਕਿ ਵੀ ਜੇ ਅੰਗ ਨੰਬਰ ਜਾਂ ਪੇਜ ਨੰਬਰ 14 ਤੋਂ ਲੈ ਕੇ 94 ਤੱਕ ਸ਼੍ਰੀ ਰਾਗ ਦੇ ਵਿੱਚ ਜਿਹੜੀ ਬਾਣੀ ਹੈ ਉਹ ਲਿਖੀ ਗਈ ਹੈ। ਇਸੇ ਪ੍ਰਕਾਰ ਜਿਹੜਾ ਰਾਗ ਮਾਝ ਹੈ, ਰਾਗ ਮਾਝ ਦੀ ਜਿਹੜੀ ਬਾਣੀ ਹੈ ਉਹ 94 ਨੰਬਰ ਪੇਜ ਤੋਂ ਲੈ ਕੇ 151 ਨੰਬਰ ਪੇਜ ਤੱਕ ਲਿਖੀ ਗਈ ਹੈ। ਏਦਾਂ ਹੀ ਸਟੈਪ ਬਾਏ ਸਟੈਪ ਅਸੀਂ ਸਾਰੇ 31 ਰਾਗਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿੱਦਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਾਰੇ 31 ਰਾਗਾਂ ਦਾ ਸਟਰਕਚਰ ਐਗਜ਼ਿਸਟ ਕਰਦਾ ਹੈ ਤੇ ਕਿੱਦਾਂ ਇਹ ਸਾਨੂੰ ਆਪਣੇ ਸ਼ੁਰੂਆਤੀ ਸਫ਼ਰ ਤੋਂ ਮੈਚੁਰਿਟੀ ਦੇ ਹਾਇਰ ਲੈਵਲ ਤੱਕ ਲੈ ਕੇ ਜਾਣ ਲਈ ਸਹਾਈ ਹੁੰਦੇ ਨੇ। ਇਹ ਵੀ ਅਸੀਂ ਜਾਣਿਆ ਕਿ ਕੁਝ ਬਾਣੀਆਂ ਐਸੀਆਂ ਨੇ ਜਿਹੜੀਆਂ ਕਿ ਕਿਸੇ ਵੀ ਰਾਗ ਦੇ ਵਿੱਚ ਨਹੀਂ ਲਿਖੀਆਂ ਗਈਆਂ। ਕੁਝ ਥੋੜੀਆਂ ਜਿਹੀਆਂ ਬਾਣੀਆਂ ਅਸੀਂ ਇੱਥੇ ਮੈਂਸ਼ਨ ਕੀਤੀਆਂ ਨੇ, ਹੋ ਸਕਦਾ ਹੋਰ ਵੀ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਫਿਰ ਅਗਲੇ ਸੈਸ਼ਨਸ ਦੇ ਵਿੱਚ ਵਿਚਾਰਾਂਗੇ। ਪਰ ਜਪਜੀ ਸਾਹਿਬ ਜਾਂ ਸ਼ਲੋਕ ਫਰੀਦ ਜੀ ਕੇ ਜਾਂ ਸ਼ਲੋਕ ਕਬੀਰ ਜੀ ਕੇ ਜਾਂ ਫਿਰ ਸ਼ਲੋਕ ਮਹਲਾ 9ਵਾਂ ਜਿਹੜੇ ਕੁਝ ਅਸੀਂ ਅੱਜ ਵਿਚਾਰੇ ਕਿ ਇਹ ਬਾਣੀਆਂ ਕਿਸੇ ਵੀ ਰਾਗ ਦੇ ਵਿੱਚ ਨਹੀਂ ਮੈਂਸ਼ਨ ਕੀਤੀਆਂ ਗਈਆਂ, ਇਹ ਰਾਗ ਤੋਂ ਬਾਹਰ ਨੇ। ਇੱਥੇ ਅਸੀਂ ਫਿਰ ਜਿਹੜਾ ਉਹ ਇੱਕ ਐਕਸਰਸਾਈਜ਼ ਦੀ ਤਰ੍ਹਾਂ ਕੁਝ ਸ਼ਬਦ ਜਿਹੜੇ ਨੇ ਉਹਨਾਂ ਦੇ ਸਕਰੀਨਸ਼ਾਟ ਲਏ ਨੇ। ਉਹਨਾਂ ਸਕਰੀਨਸ਼ਾਟ ਦੇ ਵਿੱਚ ਅਸੀਂ ਜਿਹੜਾ ਉਹ ਬੱਚਿਆਂ ਨੂੰ ਪ੍ਰੈਕਟੀਕਲੀ ਦਿਖਾਇਆ ਔਰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਿੱਦਾਂ ਜਾਣਾਂਗੇ ਕਿ ਕਿਹੜੇ ਸ਼ਬਦ ਨੂੰ ਕਿਸ ਰਾਗ ਵਿੱਚ ਲਿਖਿਆ ਹੋਇਆ ਹੈ। ਸੋ ਏਦਾਂ ਹੀ ਅਸੀਂ ਜਿਵੇਂ ਇਸ ਸਲਾਈਡ ਦੇ ਵਿੱਚ ਦੇਖਦੇ ਹਾਂ ਕਿ ਪਹਿਲਾ ਸ਼ਬਦ ਜਿਹੜਾ ਹੈ ਉਹ ਆਸਾ ਮਹੱਲਾ ਚੌਥਾ ਟਾਈਟਲ ਦੇ ਵਿੱਚ ਲਿਖਿਆ ਹੋਇਆ ਹੈ। ਸੋ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਕਿ ਆਸਾ ਜਿਹੜਾ ਹੈ ਉਹ ਰਾਗ ਹੈ ਤੇ ਮਹੱਲਾ ਚੌਥਾ ਮੀਨਸ ਕਿ ਇਹ ਜੋ ਸ਼ਬਦ ਹੈ ਉਹ ਸਾਡੇ ਕੋਲ ਗੁਰੂ ਰਾਮਦਾਸ ਜੀ ਦਾ ਆਸਾ ਰਾਗ ਦੇ ਵਿੱਚ ਲਿਖਿਆ ਹੋਇਆ ਸ਼ਬਦ ਹੈ। ਏਦਾਂ ਹੀ ਅਸੀਂ ਅਗਲੀ ਸਲਾਈਡ ਦੇ ਵਿੱਚ ਇਹਨੂੰ ਹੋਰ ਫਰਦਰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੁਝ ਐਸੇ ਰਾਗ ਵੀ ਨੇ ਕਿ ਉਹਨਾਂ ਨੂੰ ਫਿਰ ਫਰਦਰ ਐਕਸਪਲੇਨ ਕੀਤਾ ਗਿਆ, ਸਪਲਿਟ ਕੀਤਾ ਗਿਆ, ਤਾਂ ਕਿ ਉਸ ਮੈਸੇਜ ਨੂੰ ਜਿਹੜਾ ਜਦੋਂ ਅਸੀਂ ਕਿਸੇ ਮੈਸੇਜ ਨੂੰ ਸਮਝਾਉਣ ਦੇ ਲਈ ਕੋਈ ਹੋਰ ਐਗਜ਼ਾਮਪਲ ਲੈਂਦੇ ਹਾਂ, ਕੋਈ ਹੋਰ ਜਿਹੜਾ ਸਿਨੈਰੀਓ ਵਿੱਚ ਐਡ ਕਰਦੇ ਹਾਂ, ਤਾਂ ਫਿਰ ਉਹਨੂੰ ਡੀਟੇਲ ਜਿਹੜਾ ਹੈ ਸਾਨੂੰ ਹੋਰ ਵੀ ਸਹਾਇਤਾ ਦੀ ਲੋੜ ਪੈਂਦੀ ਹੈ ਜਿਹੜੇ ਐਗਜ਼ਾਮਪਲਸ ਨੂੰ ਲੈ ਕੇ ਸਮਝਾਉਣ ਦੇ ਲਈ ਕਿਸੇ ਵੀ ਸਬਜੈਕਟ ਨੂੰ। ਸੋ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਗੁਰਬਾਣੀ ਦੇ ਵਿੱਚ ਫਿਰ ਮਿਸ਼ਰਤ ਰਾਗ ਵੀ ਨੇ, ਜਿਵੇਂ ਕਿ ਅਸੀਂ ਇੱਥੇ ਦੇਖਿਆ ਕਿ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਸੋ ਹੁਣ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਜਿਹੜਾ ਸੀ ਇਹ ਮਿਸ਼ਰਤ ਰਾਗ ਸੀ। ਰਾਗ ਗੌੜੀ ਦੇ ਵਿੱਚ ਪੂਰਬੀ ਐਡ ਕਰਕੇ ਇਹਨੂੰ ਮਿਸ਼ਰਤ ਰਾਗ ਦੇ ਵਿੱਚ ਜਿਹੜਾ ਸ਼ਬਦ ਹੈ ਇਹ ਲਿਖਿਆ ਗਿਆ। ਸੋ ਇਸੇ ਪ੍ਰਕਾਰ ਅਸੀਂ ਇਹਨੂੰ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਜਿਹੜਾ ਇੱਕ ਹੋਰ ਸ਼ਬਦ ਜਿਹੜਾ ਉਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਵੀ ਸ਼ਬਦ ਜੋ ਹੈ ਉਹ ਮਿਸ਼ਰਤ ਰਾਗ ਦੇ ਵਿੱਚ ਜਿਹੜਾ ਉਹ ਐਕਸਪਲੇਨ ਕੀਤਾ ਗਿਆ। ਇਹਨਾਂ ਜਿਹੜੇ ਸ਼ਬਦਾਂ ਨੂੰ ਸਮਝਦੇ ਹਾਂ ਅਸੀਂ ਅੱਜ ਰਾਗ ਦੇ ਸਟਰਕਚਰ ਨੂੰ ਤੇ ਗੁਰਬਾਣੀ ਦੀ ਆਰਗੇਨਾਈਜੇਸ਼ਨ ਨੂੰ ਸਮਝਿਆ ਤੇ ਆਉਣ ਵਾਲੇ ਸੈਸ਼ਨਸ ਦੇ ਵਿੱਚ ਅਸੀਂ ਇਹਨਾਂ ਨੂੰ ਹੋਰ ਫਰਦਰ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਦੇ ਸੈਸ਼ਨ ਵਿੱਚ ਅਸੀਂ ਇੱਥੇ ਜਿਹੜਾ ਇਹਨੂੰ ਸਮਰਾਈਜ਼ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।